ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰ ਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰਦੇ ਹਾਂ, ਜਿੰਨੀ ਕੁ ਸੋਝੀ ਗੁਰਬਾਣੀ ਬਖਸ਼ਦੀ ਹੈ। ਜਿਵੇਂ ਜਿਵੇਂ ਗੁਰਬਾਣੀ ਸੋਝੀ ਬਖਸ਼ਦੀ ਹੈ, ਤਿਵੇਂ ਤਿਵੇਂ ਆਪਾਂ ਵਿਚਾਰ ਕਰਦੇ ਹਾਂ ਤੇ ਫਿਰ ਉਸ ਵਿਚਾਰ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਗੁਰ ਵੀ ਬਹੁਤ ਕਿਰਪਾ ਕਰਦਾ ਹੈ। ਸੋ ਚੱਲ ਰਹੀ ਵਿਚਾਰ ਦਾ ਜੋ ਅਗਲਾ ਸ਼ਬਦ ਹੈ, ਬਚਨ ਹੈ ਸਾਹਿਬ ਦਾ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵੈ ਨਾ ਭਿਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ। ਜਿਹੜਾ ਜਿਹੜਾ ਵੀ ਜੀਵ ਇਸ ਭਵ ਸਾਗਰ ਦੇ ਅੰਦਰ ਆ ਕੇ ਹੁਕਮ ਨੂੰ ਮੰਨਦਾ ਹੈ, ਉਹਦੀ ਰਜ਼ਾ ਨੂੰ ਮੰਨਦਾ ਹੈ, ਭਾਣੇ ਨੂੰ ਮੰਨਦਾ ਹੈ, ਉਹ ਮੋਖ ਦੁਆਰ ਤੇ ਪਹੁੰਚ ਜਾਂਦਾ ਹੈ। ਜਿਹੜੇ ਜਿਹੜੇ ਜੀਵ ਮੋਖ ਦੁਆਰ ਤੇ ਪਹੁੰਚ ਜਾਂਦੇ ਹਨ, ਭਾਵ ਕਿ ਮਾਇਆ ਤੋਂ ਮੁਕਤ ਹੋ ਜਾਂਦੇ ਹੈ, ਸ਼ਬਦ ਗੁਰੂ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ, ਉਹ ਇਸ ਭਵ ਸਾਗਰ ਵਿੱਚੋਂ ਤਰਦੇ ਹਨ। ਮਾਇਆ ਉਹਨਾਂ ਨੂੰ ਡੋਬ ਨਹੀਂ ਸਕਦੀ, ਭਰਮ ਉਹਨਾਂ ਨੂੰ ਡੋਬ ਨਹੀਂ ਸਕਦਾ। ਤੇ ਉਹਨਾਂ ਦੇ ਦਿੱਤੇ ਹੋਏ ਉਪਦੇਸ਼ ਨੂੰ ਜੋ ਵੀ ਜੀਵ, ਜੋ ਵੀ ਆਤਮਾ ਫੇਰ ਮੰਨ ਲੈਂਦੀ ਹੈ, ਉਹ ਵੀ ਜੀਵ, ਉਹ ਵੀ ਆਤਮਾ ਤਰ ਸਕਦੀ ਹੈ। ਜਿਵੇਂ ਕੋਈ ਚੰਗਾ ਖਿਡਾਰੀ ਹੁੰਦਾ ਹੈ, ਕਿਸੇ ਕੋਚ ਤੋਂ ਕੁਝ ਸਿੱਖਦਾ ਹੈ, ਸਿੱਖ ਕੇ ਚੰਗੇ ਗੁਣਾਂ ਨੂੰ ਧਾਰਨ ਕਰ ਲੈਂਦਾ ਹੈ, ਉਸ ਖੇਡ ਦੇ ਵਿੱਚ ਨਿਪੁੰਨ ਹੋ ਜਾਂਦਾ ਹੈ ਤੇ ਉਹ ਫਿਰ ਉਹੀ ਗੁਰ, ਉਹੀ ਗਿਆਨ ਦੂਸਰਿਆਂ ਨੂੰ ਵੀ ਦਿੰਦਾ ਹੈ। ਜੇ ਕੋਈ ਉਸ ਤੋਂ ਉਸੇ ਤਰ੍ਹਾਂ ਦਾ ਹੀ ਗਿਆਨ ਕੋਈ ਲੈ ਲੈਂਦਾ ਤਾਂ ਉਹ ਵੀ ਫਿਰ ਉਹੀ ਖੇਡ ਦੇ ਵਿੱਚ ਮਾਹਰ ਹੋ ਜਾਂਦਾ ਹੈ। ਇਸੇ ਤਰ੍ਹਾਂ ਭਗਤੀ ਦੇ ਅੰਦਰ ਵੀ ਗੁਰ ਹੈ, ਸੁਗਿਆਨ ਹੈ, ਜਿਵੇਂ ਪਾਤਸ਼ਾਹ ਕਬੀਰ ਸਾਹਿਬ ਜੀ ਨੇ ਪ੍ਰਾਪਤ ਕੀਤਾ ਤੇ ਫਿਰ ਰਾਮਾਨੰਦ ਜੀ ਨੂੰ ਦਿੱਤਾ ਤੇ ਹੋਰ ਬੇਅੰਤ ਤੱਕ ਇਹ ਗੱਲ ਪਹੁੰਚੀ, ਰਵਿਦਾਸ ਜੀ ਪਾਤਸ਼ਾਹ ਤੱਕ ਪਹੁੰਚੀ, ਨਾਮਦੇਵ ਜੀ ਪਾਤਸ਼ਾਹ ਤੱਕ ਪਹੁੰਚੀ। ਸੋ ਇਸੇ ਤਰੀਕੇ ਨਾਲ ਇਹ ਗੱਲ ਚੱਲਦੀ ਰਹਿੰਦੀ ਹੈ। ਜਿਵੇਂ ਇੱਕ ਦੀਵਾ ਜਗਦਾ ਹੋਵੇ, 100 ਦੀਵਾ ਬੁਝਿਆ ਕੋਲ ਪਿਆ ਹੋਵੇ, ਤਾਂ ਦੀਵੇ ਨੂੰ ਦੀਵਾ ਨਾਲ ਲੱਗ ਕੇ ਜਗਾ ਦਿੰਦਾ ਹੈ। ਇਸੇ ਤਰ੍ਹਾਂ ਹੀ ਇਹ ਗੁਰਮਤ ਹੈ। ਜਦੋਂ ਗੁਰਮਤ ਦੇ ਵਿੱਚ ਕੋਈ ਜੋਤ ਜਾਗਣ ਵਾਲੀ ਮਿਲ ਜਾਵੇ ਤਾਂ ਜੇ ਕੋਈ ਉਸ ਜਾਗਣ ਵਾਲੇ ਦੀ ਸੰਗਤ ਕਰੇ ਤੇ ਉਸ ਦੇ ਨਾਲ ਆਪਣੀ ਸੁਰਤ ਨੂੰ ਮਿਲਾ ਲਵੇ ਤਾਂ ਉਹ ਵੀ ਜਾਗ ਜਾਂਦਾ ਹੈ। ਇਸੇ ਕਰਕੇ ਪਾਤਸ਼ਾਹ ਆਖਦੇ ਹਨ ਕਿ ਜਾਗਤੇ ਕੋ ਜਾਗਤਾ ਮਿਲੈ। ਸੋ ਗੁਰਮੁਖਾਂ ਦਾ ਇਹ ਵਿਰਧ ਹੁੰਦਾ ਕਿ ਉਹ ਦੂਸਰਿਆਂ ਨੂੰ ਵੀ ਜਗਾਉਣਾ ਚਾਹੁੰਦੇ ਹੈ। ਜਿਹੜੀ ਸੋਝੀ, ਜਿਹੜਾ ਸੁਗਿਆਨ ਉਹਨਾਂ ਦੇ ਹਿਰਦੇ ਵਿੱਚ ਹੁੰਦਾ ਉਹ ਦੂਸਰਿਆਂ ਨੂੰ ਵੀ ਦੇਣਾ ਚਾਹੁੰਦੇ ਹੈ। ਜਿੰਨਾ ਕੁ ਸਮਾਂ ਉਹਨਾਂ ਕੋਲ ਸਰੀਰ 'ਚ ਹੁੰਦਾ ਉਹਨਾਂ ਚਿਰ ਉਹ ਬੋਲ ਕੇ ਵੀ ਦੱਸਦੇ ਹੈ ਤੇ ਨਾਲ ਦੀ ਨਾਲ ਉਸ ਨੂੰ ਲਿਖਤ 'ਚ ਵੀ ਕਰਦੇ ਹੈ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਸਰੀਰ ਸਦਾ ਨਹੀਂ ਰਹਿੰਦਾ, ਲਿਖਤਾਂ ਰਹਿ ਜਾਂਦੀਆਂ ਨੇ ਤੇ ਲਿਖਤਾਂ ਦੇ ਵਿੱਚੋਂ ਕੋਈ ਵੀ ਪੜ੍ਹ ਕੇ ਬੁੱਝ ਸਕਦਾ ਹੈ, ਸਮਝ ਸਕਦਾ ਹੈ ਤੇ ਅਮਲ ਕਰਕੇ ਆਪਣਾ ਜੀਵਨ ਸਫਲ ਕਰ ਸਕਦਾ ਹੈ। ਸੋ ਭਵ ਸਾਗਰ ਨੂੰ ਪਾਰ ਕਰਨ ਦੀ ਇਹ ਜਿਹੜੀ ਵਿਧੀ ਹੈ, ਛੂਟਣ ਕੀ ਵਿਧੀ ਹੈ, ਇਹ ਭਗਤ ਦੱਸਦੇ ਹਨ ਤੇ ਉਸ ਵਿਧੀ ਨੂੰ ਪ੍ਰਾਪਤ ਕਰਕੇ ਪਤਾ ਨਹੀਂ ਕਿੰਨੇ ਕੁ ਜਾਣੇ ਇਸ ਭਵ ਸਾਗਰ ਵਿੱਚੋਂ ਤਰੇ। ਪਰ ਪਾਤਸ਼ਾਹ ਨੇ ਜਿਹੜਾ ਇੱਥੇ ਬਚਨ ਲਿਖਿਆ ਹੈ ਬੜਾ ਕਮਾਲ ਦਾ, ਕਿ ਮੰਨੈ
ਤਰੈ, ਕਿ ਜਿਹੜਾ ਹੁਕਮ ਨੂੰ ਮੰਨਦਾ ਹੈ, ਉਹ ਤਰੈ। ਤਾਰੇ ਗੁਰਸਿੱਖ, ਦੇਖੋ ਇੱਥੇ ਗੁਰੂ ਸਿੱਖ ਨਹੀਂ ਲਿਖਿਆ, ਇੱਥੇ ਗੁਰਸਿੱਖ ਲਿਖਿਆ ਹੋਇਆ। ਇੱਥੇ ਜਿਹੜਾ ਗੁਰ ਸ਼ਬਦ ਵੀ ਹੈ ਉਹਦੇ ਰਾਰੇ ਨੂੰ ਔਂਕੜ ਹੈ, ਕਿ ਜਿਹੜਾ ਤਰਿਆ ਹੋਇਆ, ਤਰਨ ਜਾਣਦਾ ਹੈ ਚੰਗੀ ਤਰ੍ਹਾਂ, ਉਹੀ ਦੂਜੇ ਨੂੰ ਸਿਖਾ ਸਕਦਾ। ਜੇ ਕੋਈ ਤਰੇ ਹੀ ਨਹੀਂ ਜਾਂ ਤਰਨ ਜਾਣਦਾ ਹੀ ਨਹੀਂ, ਜਿਹਦੇ ਕੋਲ ਪੂਰੀ ਸਿੱਖਿਆ ਨਹੀਂ, ਉਹ ਦੂਜੇ ਨੂੰ ਸਿੱਖਿਆ ਨਹੀਂ ਦੇ ਸਕਦਾ। ਜੇ ਉਹ ਦਊਗਾ ਤਾਂ ਗਲਤ ਦੇ ਦੇਵੇਗਾ, ਕਿਤੇ ਨਾ ਕਿਤੇ ਜਾ ਕੇ ਉਹ ਜੀਵ ਧੋਖਾ ਖਾ ਜਾਊਗਾ, ਫਿਰ ਉਸ ਨੂੰ ਤਕਲੀਫ ਹੋਵੇਗੀ। ਜਿਹੜਾ ਗੁਰੂ ਹੈ, ਪਰਮੇਸ਼ਰ ਹੈ, ਅਕਾਲ ਪੁਰਖ ਹੈ, ਉਹ ਤਾਂ ਸਾਰਿਆਂ ਨੂੰ ਹੀ ਸੋਝੀ ਦੇ ਰਿਹਾ, ਪਰ ਉਸ ਤੋਂ ਜਿਹੜਾ ਕੋਈ ਸੋਝੀ ਪ੍ਰਾਪਤ ਕਰ ਲੈਂਦਾ ਉਹ ਗੁਰ ਬਣ ਜਾਂਦਾ, ਉਹ ਗੁਰੂ ਨਹੀਂ ਬਣ ਸਕਦਾ। ਉਹ ਗੋਰੀ ਰਹੂਗਾ ਜਿੰਨਾ ਚਿਰ ਭਵ ਸਾਗਰ ਦੇ ਅੰਦਰ ਰਹੂਗਾ। ਜਦੋਂ ਭਵ ਸਾਗਰ ਦੇ ਵਿੱਚੋਂ ਸਰੀਰ ਤਿਆਗ ਕੇ ਉਹ ਜੋਤ ਚਲੇ ਜਾਂਦੀ ਹੈ, ਫਿਰ ਉਹਨਾਂ ਜੋਤਾਂ ਦੇ ਵਿੱਚ ਜਾ ਕੇ ਉਹ ਸ਼ਾਮਲ ਹੋ ਜਾਂਦੀ ਹੈ, ਫਿਰ ਉਹ ਗੁਰੂ ਹੈ। ਫਿਰ ਉਹਦਾ ਸੰਸਾਰੀ ਸਰੀਰ ਦਾ ਕੋਈ ਨਾਂ ਨਹੀਂ ਰਹਿ ਜਾਂਦਾ। ਪਰ ਜਿੰਨਾ ਚਿਰ ਉਹਦੇ ਕੋਲ ਸਰੀਰ ਦਾ ਨਾਮ ਹੈ, ਉਨਾ ਚਿਰ ਉਹ ਗੁਰ ਹੈ, ਉਨਾ ਚਿਰ ਉਹ ਭਗਤ ਹੈ, ਉਨਾ ਚਿਰ ਉਹ ਦਾਸ ਹੈ, ਉਨਾ ਚਿਰ ਉਹ ਸੇਵਕ ਹੈ। ਇਸੇ ਕਰਕੇ ਗੁਰਬਾਣੀ ਦੇ ਅੰਦਰ ਇਹਨਾਂ ਦੇ ਨਾਲ ਭਗਤ, ਦਾਸ, ਸੇਵਕ, ਗੁਰ ਸ਼ਬਦ ਲੱਗ ਕੇ ਆਇਆ। ਉਹੀ ਗੱਲ ਪਾਤਸ਼ਾਹ ਨੇ ਇੱਥੇ ਲਿਖੀ ਹੈ ਕਿ ਮੰਨੈ, ਕਿ ਜਿਹੜਾ ਖੁਦ ਮੰਨੇ ਉਹ ਤਰੈ। ਉਹਦੀ ਨਿਸ਼ਾਨੀ ਹੈ ਕਿ ਜਿਹੜਾ ਕੋਈ ਗੁਰਬਾਣੀ ਤੋਂ ਸੋਝੀ ਪ੍ਰਾਪਤ ਕਰੂਗਾ, ਗੁਰਬਾਣੀ ਨੂੰ ਮੰਨੂਗਾ, ਉਹ ਤਰੂਗਾ ਹੀ ਤਰੂਗਾ। ਹੋ ਹੀ ਨਹੀਂ ਸਕਦਾ ਕਿ ਗੁਰਬਾਣੀ ਨੂੰ ਮੰਨਣ ਵਾਲਾ ਨਾ ਤਰੇ। ਅਰ ਤਾਰੇ, ਉਹ ਫਿਰ ਦੂਜਿਆਂ ਨੂੰ ਵੀ ਤਾਰੂਗਾ। ਇਹ ਨਹੀਂ ਕਿ ਇਕੱਲਾ ਆਪ ਹੀ ਤਰਦਾ। ਉਹ ਸਵਾਰਥੀ ਨਹੀਂ ਹੈ, ਉਹ ਪਰਮਾਰਥੀ ਹੈ। ਉਹ ਦੂਜਿਆਂ ਨੂੰ ਵੀ ਤਾਰਦਾ। ਕਾਹਦੇ ਨਾਲ ਤਾਰਦਾ? ਜਿਹੜਾ ਸੁਗਿਆਨ ਉਹਦੇ ਹਿਰਦੇ 'ਚ ਹੁੰਦਾ, ਉਹੀ ਸੁਗਿਆਨ ਉਹ ਦੂਜਿਆਂ ਨੂੰ ਵੀ ਦਿੰਦਾ। ਉਹ ਸਿੱਖਿਆ ਦੂਜਿਆਂ ਨੂੰ ਵੀ ਦਿੰਦਾ ਕਿ ਐਸ ਸਿੱਖਿਆ ਦੇ ਨਾਲ ਮੈਂ ਤਰਿਆ। ਪਰ ਜਿਹੜੇ ਅਗਿਆਨੀ ਨੇ, ਉਹਨਾਂ ਦੇ ਕੋਲ ਪੂਰਨ ਸਿੱਖਿਆ ਨਹੀਂ ਹੁੰਦੀ, ਪੂਰੀ ਸੋਝੀ ਨਹੀਂ ਹੁੰਦੀ। ਉਹ ਧਰਮ ਦੀ ਸਿੱਖਿਆ ਦੇਣ ਲੱਗ ਜਾਂਦੇ ਆ, ਤੇ ਜਿਹੜੇ ਮੰਨਣ ਵਾਲੇ ਆ ਉਹ ਸਵਾਰਥੀ ਹੁੰਦੇ ਆ। ਉਹ ਉਸ ਸਿੱਖਿਆ ਨੂੰ ਮੰਨੀ ਜਾਂਦੇ ਆ, ਉਸ ਤੇ ਵਿਚਾਰ ਕੋਈ ਨਹੀਂ ਕਰਦੇ, ਤੇ ਉਹ ਡੁੱਬ ਜਾਂਦੇ ਆ। ਅਰਜ ਉਰਜ ਕੇ ਪਚ ਮੋਹ, ਚਾਰੋਂ ਬੇਦੋਂ ਮਾਹ। ਉਹ ਚਾਰੇ ਤਰ੍ਹਾਂ ਦੀਆਂ ਸੋਝੀਆਂ, ਇੱਥੇ 4 ਵੇਦ ਨੇ। ਉਹਨਾਂ ਵੇਦਾਂ ਦੇ ਵਿੱਚੋਂ ਪੰਡਤ ਸੀ ਜਿਹੜਾ, ਉਹਨੇ ਮਾਇਆ ਵਾਸਤੇ ਹੀ ਪਲਾਨਿੰਗ ਕੀਤੀ, ਵਿਚਾਰਾਂ ਕੀਤੀਆਂ। ਉਹਨੇ ਵੇਦ ਦੇ ਵਿੱਚੋਂ ਉਸ ਪਰਮਾਰਥ ਬਾਰੇ ਨਹੀਂ ਕੁਝ ਵੀ ਖੋਜਿਆ। ਉਹ ਬੁਝਾਰਤ ਨਹੀਂ ਬੁੱਝੀ ਜਿਹੜੀ ਬੁੱਝਣੀ ਚਾਹੀਦੀ ਸੀ। ਉਹ ਬੁਝਾਰਤ ਉਵੇਂ ਦੀ ਉਵੇਂ ਹੀ ਪਈ ਰਹਿ ਗਈ। ਸੇ ਜੋ ਕੁਝ ਬੁੱਝਿਆ ਉਹ ਤਾਂ ਸੰਸਾਰ ਵਾਸਤੇ ਬੁੱਝ ਲਿਆ, ਤੇ ਉਹੀ ਕੁਛ ਉਹ ਆਪ ਕਰਦਾ ਰਿਹਾ, ਉਹੀ ਆਪਣੇ ਸੇਵਕਾਂ ਨੂੰ ਦੱਸਦਾ ਰਿਹਾ। ਤੇ ਫਿਰ ਉਹ ਆਪ ਤਾਂ ਡੁੱਬੇ ਹੀ ਸੀ, ਤੇ ਦੂਜਿਆਂ ਨੂੰ ਵੀ ਡੋਬ ਕੇ ਰੱਖ ਦਿੱਤਾ। ਸੋ ਜਿਹੜੇ ਗੁਰਮੁਖ ਨੇ ਉਹ ਤਰਦੇ ਆ, ਉਹ ਦੂਸਰਿਆਂ ਨੂੰ ਵੀ ਤਾਰਦੇ ਆ। ਇਸੇ ਕਰਕੇ ਪਾਤਸ਼ਾਹ ਨੇ ਇੱਥੇ ਵਚਨ ਲਿਖਿਆ ਹੈ ਕਿ ਗੁਰਸਿੱਖ,
ਕਿ ਪੂਰੀ ਸੋਝੀ ਵਾਲਾ ਹੀ ਸੋਝੀ ਦੇ ਸਕਦਾ ਹੈ। ਪ੍ਰਥਮੇ ਮਨ ਪ੍ਰਬੋਧੈ ਆਪਣਾ, ਪਾਛੈ ਅਵਰ ਰਿਝਾਵੈ। ਕਿ ਪਹਿਲਾਂ ਆਪਣੇ ਮਨ ਦੇ ਉੱਪਰ ਪ੍ਰਬੋਧ ਹੈ ਕਿ ਆਪਣਾ ਮਨ ਮਾਇਆ ਤੋਂ ਪਰੇ ਹੈ, ਕਿ ਆਪਣੇ ਮਨ ਦੇ ਕੋਲ ਮਾਇਆ ਤੋਂ ਪਰੇ ਦੀ ਸੋਝੀ ਹੈ, ਕਿ ਆਤਮਾ ਨਾਲ ਅੱਗੇ ਕੀ ਹੋਵੇਗਾ, ਹੁਣ ਆਤਮਾ ਨਾਲ ਕੀ ਹੋ ਰਿਹਾ ਹੈ, ਆਤਮਾ ਕੀ ਚੀਜ਼ ਹੈ, ਆਤਮਾ ਕਿੱਥੇ ਹੈ, ਆਤਮਾ ਕਿੰਨੀ ਮੈਲੀ ਹੈ, ਕਿੰਨੀ ਸ਼ੁੱਧ ਹੈ। ਜਿਸ ਨੂੰ ਇਸ ਚੀਜ਼ ਦੀ ਸੋਝੀ ਹੈ ਉਹ ਅਗਾਂਹ ਦੱਸ ਸਕਦਾ ਹੈ, ਜਿਹਨੂੰ ਸੋਝੀ ਨਹੀਂ ਉਹ ਦੱਸ ਨਹੀਂ ਸਕਦਾ। ਗੁਰਬਾਣੀ 'ਚ ਉਸ ਨੂੰ ਆਰਡਰ ਨਹੀਂ ਹੈ। ਗੁਰਬਾਣੀ ਦੇ ਅੰਦਰ ਹੀ ਆਪਾਂ ਦੇਖਦੇ ਹਾਂ 125 ਅੰਗ ਦੇ ਉੱਪਰ ਵੀ ਪਾਤਸ਼ਾਹ ਕਹਿੰਦੇ ਆ, ਆਪ ਤਰੈ ਕੁੱਲ ਸਗਲੇ ਧਾਰੇ ਗੁਰਮੁਖ ਜਨਮ ਸਵਾਰਣੇ। ਕਹਿੰਦੇ ਆਪ ਹੀ ਤਰੈ, ਕਹਿੰਦੇ ਜਿਹੜਾ ਆਪਣੇ ਆਪ ਹੀ ਤਰਦਾ ਹੈ, ਕੁੱਲ ਸਗਲੇ ਤਾਰੇ। ਕਹਿੰਦੇ ਉਹਨੇ ਕੀ ਕੀਤਾ, ਜਿਹੜੀ ਉਹਦੇ ਕੁੱਲ ਦੇ ਮਾਲਕ ਸੀ ਉਹ ਸਾਰੇ ਹੀ ਤਾਰੇ ਨੇ। ਹੁਣ ਇੱਥੇ ਕੁੱਲ ਸੰਸਾਰੀ ਨਹੀਂ ਹੈ, ਸੰਸਾਰੀ ਧੀਆਂ ਪੁੱਤਰ ਨਹੀਂ ਹੈ। ਜੇ ਸੰਸਾਰੀ ਧੀਆਂ ਪੁੱਤਰ ਦੇਖੋਗੇ ਤਾਂ ਫਿਰ ਅਸੀਂ ਇਸ ਭਾਵ ਸਾਗਰ ਵਿੱਚ ਹੀ ਰਹਿ ਜਾਵਾਂਗੇ। ਸੰਸਾਰੀ ਧੀਆਂ ਪੁੱਤਰ ਤਾਂ ਗੁਰੂ ਨਾਨਕ ਸਾਹਿਬ ਦਾ ਸੀ, ਸ੍ਰੀ ਚੰਦ, ਲਖਮੀ ਚੰਦ, ਪਰ ਉਹਨਾਂ ਦੇ ਉੱਪਰ ਤਾਂ ਬਖਸ਼ਿਸ਼ ਨਹੀਂ ਹੋਈ ਜੋ ਪਰਮਾਰਥ ਦੀ ਹੋਣੀ ਚਾਹੀਦੀ ਹੈ। ਸੰਸਾਰੀ ਸੀ। ਦੂਜੇ ਪਾਤਸ਼ਾਹ ਦੇ ਬੱਚੇ ਸੀ, ਦਾਤੂ ਜੀ, ਦਾਤਸੂ ਸੀ, ਉਹਨਾਂ ਤੇ ਉਹ ਪਰਮਾਰਥ ਦੀ ਕਿਰਪਾ ਨਹੀਂ ਹੋਈ, ਸੰਸਾਰੀ ਸੀ। ਤੀਜੇ ਪਾਤਸ਼ਾਹ ਦੇ ਸਨ ਮੋਹਨ ਜੀ, ਮੋਹਰੀ ਜੀ। ਚੌਥੇ ਪਾਤਸ਼ਾਹ ਦੇ ਪ੍ਰਿਥੀ ਚੰਦ, ਮਹਾਦੇਵ, ਤੇ ਪੰਜਵੇਂ ਪਾਤਸ਼ਾਹ। ਸਿਰਫ ਪੰਜਵੇਂ ਪਾਤਸ਼ਾਹ ਤੇ ਮਿਹਰ ਹੋਈ ਹੈ, ਉਹਨਾਂ ਦੇ ਉੱਪਰ ਬਖਸ਼ਿਸ਼ ਹੋਈ ਹੈ, ਕਿਉਂਕਿ ਉਹਨਾਂ ਨੇ ਇਹ ਗੱਲ ਮੰਨੀ ਸੀ। ਉਹ ਉਹਨਾਂ ਦੀ ਕੁੱਲ ਚੋਂ ਸੀ। ਕੁੱਲ ਆਤਮਾ ਦੀ ਹੁੰਦੀ ਹੈ। ਮਾਸੋਂ ਸਭੇ ਸਾਕ ਨੇ, ਤੇ ਜਿਹੜਾ ਹੁਕਮ ਹੈ ਸੱਚਖੰਡ ਹੈ ਉਹ ਅਕੁੱਲ ਹੈ, ਉਹਨਾਂ ਦੀ ਕੋਈ ਕੁੱਲ ਨਹੀਂ ਹੈ। ਇੱਥੇ ਆ ਕੇ ਜਿਹੜਾ ਆਤਮਾ ਦੇ ਨਾਲ ਜਿਹਦਾ ਆਤਮ ਸੰਬੰਧ ਹੋ ਜਾਂਦਾ, ਅੰਤਰ ਆਤਮੇ ਜੋ ਮਿਲੈ ਮਿਲਿਆ ਕਈ ਐ ਸੋਏ ਹੈ। ਜਿਹੜਾ ਅੰਤਰ ਆਤਮੇ ਇੱਕ ਦੂਜੇ ਨੂੰ ਮਿਲ ਜਾਵੇ ਉਹ ਸੱਚਖੰਡ ਬਣਦਾ ਵੀ ਇਹ ਮਿਲ ਪਿਆ ਇੱਕ ਦੂਜੇ ਨੂੰ। ਸਰੀਰ ਕਰਕੇ ਇੱਕ ਦੂਜੇ ਕੋਲ ਕੋਈ ਰਹਿੰਦਾ, ਸੰਸਾਰ ਜ਼ਰੂਰ ਮੰਨਦਾ ਪਰ ਸੱਚਖੰਡ ਨਹੀਂ ਮੰਨਦਾ। ਜਿਵੇਂ ਸੰਸਾਰ ਕਰਕੇ ਵੀ, ਸਰੀਰ ਕਰਕੇ ਅਸੀਂ ਸੰਸਾਰ ਵਿੱਚ ਜਦੋਂ ਵਿਚਰਦੇ ਹਾਂ, ਅਸੀਂ ਕਿਸੇ ਸੰਤ ਦੇ ਕੋਲ ਰਹਿੰਦੇ ਹਾਂ, 100, 200, 150 ਬੰਦਾ ਜਿਹੜਾ ਰਹਿੰਦਾ ਉਹ ਆਪਣੀ ਸਾਰੀ ਜ਼ਿੰਦਗੀ ਸੰਤਾਂ ਕੋਲ ਲਾ ਦਿੰਦਾ, ਪਰ ਇਹ ਨਹੀਂ ਕਿ ਉਹਦੇ ਤੇ ਸੱਚਖੰਡ ਵੱਲੋਂ ਪ੍ਰਸੰਨਤਾ ਹੋਵੇ। ਉਹ ਤਾਂ ਸਰੀਰ ਕਰਕੇ ਰਹਿ ਰਿਹਾ, ਉਹ ਜਿਹੋ ਜਿਹਾ ਆਪਣੇ ਘਰੇ ਰਹਿੰਦਾ, ਚਾਹੇ ਜੋ ਗੁਰਦੁਆਰੇ ਰਹੀ ਜਾਂਦਾ। ਗੁਰਦੁਆਰੇ ਨੂੰ ਅਹਿਮੀਅਤ ਅਸੀਂ ਦਿੱਤੀ ਹੈ, ਸੱਚਖੰਡ ਨਹੀਂ ਦਿੰਦਾ। ਸੱਚਖੰਡ ਦੀ ਦ੍ਰਿਸ਼ਟੀ ਤੋਂ ਤਾਂ ਗੁਰਦੁਆਰਾ ਹੀ ਹੋਰ ਹੈ, ਸੱਚਖੰਡ ਦੀ ਦ੍ਰਿਸ਼ਟੀ ਤੋਂ ਡੇਰਾ ਹੀ ਹੋਰ ਹੈ। ਗੁਰਬਾਣੀ ਕਹਿੰਦੀ ਹੈ ਡੱਡਾ ਡੇਰਾ ਇਹ ਨਹੀਂ, ਜਹ ਡੇਰਾ ਤੈ ਜਾਨ। ਵੀ ਉਸ ਡੇਰੇ ਨੂੰ ਤਾਂ ਤੂੰ ਜਾਣਨਾ ਹੈ, ਉਹ ਗੁਰਦੁਆਰੇ ਬਾਰੇ ਤਾਂ ਤੂੰ ਜਾਣਕਾਰੀ ਲੈਣੀ ਹੈ। ਉਹ ਸੱਚਖੰਡ ਹੈ, ਉਹ ਸਾਡਾ ਆਪਣਾ ਹਿਰਦਾ ਹੈ, ਜਿਹੜਾ ਮਹਿਲ ਹੈ, ਜਿਹੜਾ ਨਿੱਜ ਘਰ ਹੈ, ਉਹਦੀ ਜਾਣਕਾਰੀ ਲੈਣੀ ਹੈ। ਉਹ ਸਰੀਰ ਕਰਕੇ ਜ਼ਰੂਰ ਰਹਿ ਜਾਂਦੇ ਆ, ਫਿਰ ਸਰੀਰ ਕਰਕੇ ਜਦੋਂ ਸਰੀਰ ਛੱਡ ਜਾਂਦੇ, ਜਿਹੜੇ ਸਰੀਰ ਧਾਰੀ ਮਗਰੋਂ ਹੁੰਦੇ ਆ, ਉਹ ਉਹਨਾਂ ਦੀ ਵਡਿਆਈ ਕਰ ਦਿੰਦੇ ਆ ਕਿ ਦੇਖੋ ਜੀ ਸਾਰੀ ਜ਼ਿੰਦਗੀ ਲਾ ਦਿੱਤੀ। ਉਹ ਵੀ ਸੱਚੇ ਹੈ, ਕਿਉਂਕਿ ਉਹਨਾਂ ਨੂੰ ਸਰੀਰ ਦੀਆਂ ਤਾਂ ਉਹਨੇ ਸਰੀਰ ਕਰਕੇ ਜ਼ਿੰਦਗੀ ਲਾਈ ਹੈ। ਤੇ ਸੱਚਖੰਡ ਵਾਲੇ ਜੋਤ ਨੂੰ ਦੇਖਦੇ ਆ, ਉਹ ਜੋਤ ਦੇ ਆਧਾਰ ਤੇ ਫੈਸਲਾ ਕਰ ਦਿੰਦੇ ਆ। ਸੰਸਾਰ ਵਾਲੇ ਸਰੀਰ ਦੇ ਆਧਾਰ ਤੇ ਫੈਸਲਾ ਕਰ ਦਿੰਦੇ ਆ, ਸੱਚਖੰਡ ਵਾਲੇ ਜੋਤ ਦੇ ਆਧਾਰ ਤੇ ਫੈਸਲਾ ਕਰ ਦਿੰਦੇ ਆ। ਫੈਸਲੇ ਦੋਨੋਂ ਹੀ ਕਰਦੇ ਆ। ਸੋ ਸੱਚਖੰਡ ਵਾਲਾ ਫੈਸਲਾ ਸਾਨੂੰ ਨਹੀਂ ਦਿੰਦਾ, ਸਰੀਰ ਵਾਲਾ ਫੈਸਲਾ ਉਹਨਾਂ ਨੂੰ ਨਹੀਂ ਦਿੰਦਾ। ਤਾਂ ਹੀ ਗੁਰਬਾਣੀ ਕਹਿੰਦੀ ਹੈ ਜਾਣੋ ਜੋਤ ਨਾ ਪੁੱਛੋ ਜਾਤੀ, ਅੱਗੇ ਜਾਤ ਨਾ ਹੈ।
ਸੋ ਆਪ ਤਰੈ, ਜਿਹੜਾ ਆਪੀ ਤਰਦਾ ਹੈ, ਕੁੱਲ ਸਗਲੇ ਤਾਰੈ। ਕੁੱਲ ਸਗਲੇ ਤਾਰੇ, ਉਹਨਾਂ ਦੀ ਕੁੱਲ ਦੇ ਮੈਂਬਰ ਕੌਣ ਨੇ? ਗੁਰੂ ਨਾਨਕ ਸਾਹਿਬ ਦੀ ਕੁੱਲ ਦਾ ਮੈਂਬਰ ਕੌਣ ਸੀ? ਦੂਜੇ ਪਾਤਸ਼ਾਹ, ਤੀਜੇ ਪਾਤਸ਼ਾਹ, ਚੌਥੇ, ਪੰਜਵੇਂ, ਛੇਵੇਂ, ਸੱਤਵੇਂ, ਅੱਠਵੇਂ, ਨੌਵੇਂ, ਜਾਂ ਜਿਨ੍ਹਾਂ ਨੇ ਉਸ ਹੁਕਮ ਨੂੰ ਬੁੱਝੇ, ਜਿਨ੍ਹਾਂ ਦੇ ਅੰਦਰ ਉਹ ਪਰਮਾਰਥ ਸੀ, ਜਾਂ ਅੱਜ ਵੀ ਜਿਨ੍ਹਾਂ ਦੇ ਅੰਦਰ ਪਰਮਾਰਥ ਹੈ। ਅਗਾਂਹ ਜੇ ਦੁਨੀਆ ਰਹੀ ਤਾਂ ਜਿਨ੍ਹਾਂ ਦੇ ਅੰਦਰ ਪਰਮਾਰਥ ਹੋਵੇਗਾ, ਉਹ ਉਹਨਾਂ ਦੀ ਕੁੱਲ ਹੈ। ਪਰ ਸੰਸਾਰ ਦੇ ਲੋਕ ਭਰਮ 'ਚ ਪੈ ਜਾਂਦੇ ਆ, ਜਿਹੜੀ ਸਰੀਰ ਦੀ ਕੁੱਲ ਹੁੰਦੀ ਹੈ ਉਹਨੂੰ ਕੁੱਲ ਮੰਨਦੇ। ਜਿਵੇਂ ਆਮ ਇੱਕ ਗੱਲ ਪ੍ਰਚਲਿਤ ਹੈ ਵੀ ਸੰਤਾਂ ਦੀਆਂ 21 ਕੁੱਲਾਂ ਤਰ ਜਾਂਦੀਆਂ ਨੇ, ਫਿਰ 22ਵੀਂ ਕੁੱਲ ਕਿੱਥੇ ਜਾਊਗੀ? ਜੇ ਚਲੋ 21 ਤਰ ਗਈਆਂ ਤਾਂ 22 ਫਿਰ ਜਿਹੜੀ 22ਵੀਂ ਆਊ, 23ਵੀਂ, 24ਵੀਂ, 25ਵੀਂ ਉਹ ਡੁੱਬੂਗੀ। ਇਹ ਤਾਂ ਫਿਰ ਤੁਸੀਂ ਮੰਨ ਲਿਆ ਵੀ 21 ਉਹ ਤਰਦੀਆਂ ਨੇ, 22ਵੀਂ ਡੁੱਬੂਗੀ ਉਹ, ਕਿਉਂਕਿ ਤੁਸੀਂ ਗੁਰਬਾਣੀ ਨੂੰ ਗਲਤ ਆਧਾਰਦੇ ਹੋ। ਇੱਕੀ ਕੁੱਲ ਤਾਰ ਹੈ, ਉਹ ਇੱਕ ਹੀ ਸ਼ਬਦ ਆ, ਨਾ ਕਿ 21 ਹੈ। ਇੱਕ ਹੀ ਕੁੱਲ ਹੈ ਕਿ ਜਿਹੜਾ ਹੁਕਮ ਨੂੰ ਮੰਨਦਾ ਉਹਦੀ ਇੱਕੋ ਹੀ ਕੁੱਲ ਹੁੰਦੀ ਹੈ। 21 ਕੁੱਲਾ ਨਹੀਂ ਹੈ। ਇਹ ਸੰਸਾਰੀ ਧਾਰਮਿਕ ਲੋਕਾਂ ਦੀ ਗੱਲ ਤਾਂ ਹੈ, ਪਰ ਨਿਰਾਕਾਰੀਆਂ ਦੀ ਨਹੀਂ ਹੈ। ਨਿਰਾਕਾਰੀ ਨਹੀਂ ਮੰਨਦੇ, ਸੰਸਾਰੀ ਜ਼ਰੂਰ ਮੰਨਦੇ ਆ। ਤੋਂ ਮੈਂ ਪਹਿਲਾਂ ਹੀ ਕਹਿ ਕੇ ਹਟਿਆ ਵੀ ਇਹਦਾ ਸੰਸਾਰ 'ਚ ਜ਼ਰੂਰ ਲਾਭ ਹੈ, ਪਰ ਸੱਚੇ ਦੇ ਦਰਬਾਰ ਵਿੱਚ ਉੱਥੇ ਸੱਚੋ ਹੀ ਸੱਚ ਨਿਬੜਾ, ਚੁਣ ਵੱਖ ਕੱਢੇ ਜੇ ਮੰਨ ਲਿਆ। ਉੱਥੇ ਭਾਵੇਂ ਕੋਈ ਜਿੰਨਾ ਮਰਜ਼ੀ ਕਹੀ ਚੱਲੇ ਵੀ ਮੈਂ ਸੰਤਾਂ ਦੀ 40 ਸਾਲ ਸੇਵਾ ਕੀਤੀ, ਉਹ ਕਹਿੰਦੇ ਵੀ ਕੀਤੀ ਹੋਊਗੀ, ਸਾਨੂੰ ਤਾਂ ਉਹਦਾ ਕੋਈ ਮਤਲਬ ਨਹੀਂ। ਪਰ ਜਿਹੜਾ ਸਾਡੀ ਦਰਗਾਹ ਦੇ ਅੰਦਰ ਸੰਤ ਹੈ ਉਹ ਆ ਹੈ। ਐਸ ਸੰਤ ਦੀ ਸੰਗਤ ਤੂੰ ਕੀਤੀ ਹੈ ਤਾਂ ਦੱਸ ਦੇ। ਜਦੋਂ ਇਹਨੂੰ ਉੱਥੇ ਜਾ ਕੇ ਪਤਾ ਲੱਗਦਾ ਵੀ ਆਹ ਸੰਤ ਹੁੰਦਾ, ਉਹ ਕਹਿੰਦੇ ਹੋਰ ਕਿਹੜਾ ਹੁੰਦਾ? ਕਹਿੰਦਾ ਜੀ ਸਾਡੇ ਸੰਸਾਰ 'ਚ ਤਾਂ ਇਹਨਾਂ ਨੂੰ ਸੰਤ ਮੰਨਦੇ ਆ। ਕਹਿੰਦੇ ਵੀ ਫਿਰ ਤੁਸੀਂ ਉੱਥੇ ਚਲੇ ਜਾਓ, ਜੇ ਤੁਸੀਂ ਉਹਨਾਂ ਨੂੰ ਸੰਤ ਮੰਨਦੇ ਹੋ ਫਿਰ ਤੁਸੀਂ ਉਹਨਾਂ ਕੋਲ ਜਾਓ, ਸਾਡੀ ਦਰਗਾਹ ਦੇ ਵਿੱਚ ਨਹੀਂ ਹੈ। ਉਹ ਹਰ ਕੇ ਸੰਤ ਨਾ ਆਖੀ ਹੈ, ਬਾਨਾਰਸ ਕੇ ਠੱਗ। ਪਾਤਸ਼ਾਹ ਕਹਿੰਦੇ ਉਹ ਹਰ ਕੇ ਸੰਤ ਨਹੀਂ ਹੈ, ਸੱਚਖੰਡ ਵੱਲੋਂ ਪ੍ਰਮਾਣਿਤ ਸੰਤ ਨਹੀਂ ਹੈ। ਤੁਸੀਂ ਸੰਸਾਰ ਦੇ ਲੋਕਾਂ ਨੇ ਉਹਨੂੰ ਸੰਤ ਬਣਾਇਆ ਤੇ ਤੁਸੀਂ ਫਿਰ ਉਹਦੇ ਕੋਲ ਜਾਓ। ਜਿਵੇਂ ਕਿ ਛੇਵੇਂ ਪਾਤਸ਼ਾਹ ਦੀ ਸਾਖੀ ਹੈ, ਮਨ ਸਮਝਾਵਣ ਕਾਰਨੇ ਕਛੁਕ ਪੜੀਏ ਗਿਆਨ ਹੈ, ਪਤਾ ਨਹੀਂ ਉਹ ਸੱਚ ਹੈ ਜਾਂ ਝੂਠ ਹੈ, ਪਰ ਉਹ 'ਚੋਂ ਸਿੱਖਿਆ ਮਿਲਦੀ ਹੈ ਕਿ ਇੱਕ ਅਜਗਰ ਸੱਪ ਸੀ, ਉਹ ਮਰਿਆ ਪਿਆ ਤੇ ਉਹਦੇ ਕੋਲੋਂ ਬੜੀ ਬਦਬੂ ਆਵੇ। ਕਹਿੰਦੇ ਛੇਵੇਂ ਪਾਤਸ਼ਾਹ ਗਏ, ਉਹਨਾਂ ਨੇ ਦੇਖਿਆ, ਸਿੱਖਾਂ ਨੇ ਦੱਸਿਆ ਵੀ ਇਹ ਤਾਂ ਬਹੁਤ ਭਾਰੀ ਸੱਪ ਹੈ ਜੀ, ਇਹ ਮਰ ਗਿਆ। ਪਾਤਸ਼ਾਹ ਕਹਿੰਦੇ ਦੇਖੋ, ਜਦੋਂ ਜਾ ਕੇ ਨੇੜੇ ਦੇਖਿਓ, ਕਹਿੰਦੇ ਵੀ ਪੂਰੀ ਤਰ੍ਹਾਂ ਮਰਿਆ ਨਹੀਂ, ਹਜੇ ਸਵਾਸ ਹੈਗੇ ਇਹਦੇ ਅੰਦਰ, ਸਾਹ ਲੈਂਦਾ, ਪਰ ਇਹ ਭਾਰੀ ਬਹੁਤ, ਤੁਰ ਨਹੀਂ ਹੁੰਦਾ। ਜਦੋਂ ਕਹਿੰਦੇ ਉਹਦਾ ਪਾਸਾ ਦਵਾਇਆ ਤੇ ਥੱਲਿਓਂ ਸਾਰਾ ਉਹ ਗਲਿਆ ਪਿਆ, ਵਿੱਚ ਕੀੜੇ ਬਹੁਤ ਪਏ। ਕਹਿੰਦੇ ਪਾਤਸ਼ਾਹ ਆਖਣ ਲੱਗੇ ਵੀ ਤੁਹਾਨੂੰ ਪਤਾ ਇਹ ਕੌਣ ਹੈ? ਕਹਿੰਦੇ ਜੀ ਵੀ ਸਾਨੂੰ ਤਾਂ ਇਹ ਨਹੀਂ ਪਤਾ, ਸਾਨੂੰ ਇਹੀ ਪਤਾ ਵੀ ਇਹ ਸੱਪ ਹੈ। ਕਹਿੰਦੇ ਨਹੀਂ। ਕਹਿੰਦੇ ਜਦੋਂ ਉਹਦੀ ਆਤਮਾ ਦਿਖਾਈ ਤੇ ਕਹਿੰਦੇ ਉਹਨਾਂ ਨੇ ਪਛਾਣ ਲਿਆ ਵੀ ਇਹ ਤਾਂ ਫਲਾਣੇ ਡੇਰੇ ਦਾ ਮਹੰਤ ਸੀ, ਸੰਤ ਸੀ। ਉਹ ਕਹਿੰਦੇ ਜੀ ਫਿਰ ਇਹ ਤਾਂ ਉਹ ਸੀ। ਕਹਿੰਦੇ ਹਾਂ। ਕਹਿੰਦੇ ਫਿਰ ਆਹ ਬਾਕੀ ਕਹਿੰਦੇ ਇਹਦੇ ਚੇਲੇ, ਕਿਉਂਕਿ ਚੇਲਿਆਂ ਦਾ ਭਰੋਸਾ ਤਾਂ ਹੁਣ ਇਹਦੇ ਤੇ ਹੀ ਸੀ ਨਾ। ਜੇ ਤਾਂ ਚੇਲੇ ਭਰੋਸਾ ਕਰਦੇ ਗੁਰਬਾਣੀ ਤੇ, ਉਹਦੇ ਬੋਲਾਂ ਤੇ, ਉਹਦੇ ਬਚਨਾਂ ਤੇ, ਉਹਦੇ ਬਚਨ ਨਿਰਾਕਾਰ ਨੇ, ਬਾਣੀ ਨਿਰਾਕਾਰ ਹੈ। ਜੇ ਤਾਂ ਬਾਣੀ ਨੂੰ ਮੰਨਦੇ ਫਿਰ ਤਾਂ ਹੁੰਦੇ ਨਿਰਾਕਾਰੀ, ਪਰ ਮੰਨਿਆ ਸਰੀਰ, ਆਕਾਰ ਨਾਲ ਜੁੜੇ ਤੇ ਸਿੱਖ ਡਰ ਗਏ ਕਿ ਇਹ ਕੀ ਗੱਲ। ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਹੀ ਸੱਚ ਹੈ, ਸਾਨੂੰ ਵੀ ਸਰੀਰ ਕਰਕੇ ਨਾ ਜਾਣੇ, ਨਾ ਅਸੀਂ ਸਰੀਰ ਹਾਂ ਨਾ ਤੁਸੀਂ ਸਰੀਰ ਹੋ। ਤੁਸੀਂ ਵੀ ਆਤਮਿਕ ਸਰੂਪ ਹੋ, ਅਸੀਂ ਵੀ ਆਤਮਿਕ ਸਰੂਪ। ਇਹੀ ਕੁਝ ਤੁਸੀਂ ਇੱਥੇ ਜਾਣਨ ਆਏ ਹੋ।
ਇਹੀ ਸੋਝੀ ਪ੍ਰਾਪਤ ਕਰਨੀ ਹੈ, ਇਹੀ ਆਪਣੇ ਆਪ ਨੂੰ ਪਛਾਣਨਾ ਹੈ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ। ਤੁਸੀਂ ਆਪਣੇ ਅੰਦਰ ਸੋਝੀ ਪ੍ਰਾਪਤ ਕਰਨੀ ਹੈ। ਜੇ ਤੁਸੀਂ ਸਰੀਰਾਂ ਨਾਲ ਜੁੜ ਗਏ ਤਾਂ ਫਿਰ ਇਸੇ ਤਰ੍ਹਾਂ ਹੀ ਜੋਤ ਭਵ ਸਾਗਰ ਵਿੱਚ ਹੀ ਰਹੂਗੀ। ਇਸੇ ਗੱਲ ਕਰਕੇ ਹੀ 10ਵੇਂ ਪਾਤਸ਼ਾਹ ਨੇ ਗੱਲ ਆਖੀ ਸੀ ਕਿ ਜੋ ਹਮਕੋ ਪਰਮੇਸ਼ਰ ਉਚਰੈ ਦੇਵ ਸਭ ਨਰਕ ਕੁੰਟ ਮੈਂ ਭਰੈ। ਕਹਿੰਦੇ ਫਿਰ ਇਸ ਭਵ ਸਾਗਰ 'ਚ ਹੀ ਰਹਿ ਜਾਓਗੇ, ਕਿਉਂਕਿ ਤੁਸੀਂ ਸਾਡਾ ਸਰੀਰ ਭਾਲੋਗੇ, ਸਰੀਰ ਤੁਹਾਨੂੰ ਮਿਲਣਾ ਨਹੀਂ। ਉੱਥੇ ਜਾ ਕੇ ਸਰੀਰ ਦੀ ਗੱਲ ਕਰੋਗੇ, ਉਹ ਸਰੀਰ ਤਾਂ ਭਾਈ ਭਵ ਸਾਗਰ 'ਚ ਹੀ ਨੇ, ਫਿਰ ਤੁਸੀਂ ਉੱਥੇ ਚਲੇ ਜਾਓ। ਫਿਰ ਤੁਸੀਂ ਇੱਥੇ ਆ ਕੇ ਲੱਭੋਗੇ, ਨਹੀਂ ਮਿਲਣਾ, ਕਿਉਂਕਿ ਅਸੀਂ ਸਰੀਰ ਨਹੀਂ ਹਾਂ, ਅਸੀਂ ਜੋਤ ਸਰੂਪ ਹਾਂ। ਹਾਂ, ਤੁਸੀਂ ਵੀ ਜੋਤ ਸਰੂਪ ਹੀ, ਪਰ ਤੁਸੀਂ ਆਪਣੇ ਆਪ ਨੂੰ ਪਛਾਣਦੇ ਨਹੀਂ, ਅਸੀਂ ਪਛਾਣਿਆ ਹੋਇਆ। ਅਸੀਂ ਦਵੈ ਤੋਂ ਇੱਕ ਹੋ ਗਏ, ਤੁਸੀਂ ਦਵੈ ਰੂਪ ਦੇ ਵਿੱਚ ਹੀ ਹੋ। ਤੁਹਾਡੇ ਕੋਲ ਸਮਾਂ ਹੈ, ਤੁਸੀਂ ਦਵੈ ਤੋਂ ਇੱਕ ਹੋ ਸਕਦੇ ਹੋ। ਆਤਮਾ ਪ੍ਰਾਤਮਾ ਇੱਕੋ ਕਰੇ, ਇੱਕ ਕਰ ਸਕਦੇ ਹੋ। ਅੰਤਰ ਕੀ ਦੁਵਿਧਾ ਅੰਤਰ ਮਰੈ, ਇਹ ਦੁਵਿਧਾ ਤੁਹਾਡੀ ਖਤਮ ਹੋ ਸਕਦੀ ਹੈ। ਮੰਨੈ ਤਰੈ, ਜੇ ਤੁਸੀਂ ਮੰਨ ਲਓਗੇ ਤਾਂ ਤਰੋਗੇ, ਪਰ ਮੰਨਣੀ ਉਹਦੀ ਗੱਲ ਹੈ ਜਿਹੜਾ ਆਪ ਤਰਿਆ ਹੋਇਆ। ਜਿਹੜੇ ਪੁਰਖਾਂ ਨੇ ਗੁਰਬਾਣੀ ਲਿਖੀ ਹੈ ਉਹ ਸਾਰੇ ਹੀ ਤਰੇ ਹੋਏ ਸੀ। ਗੱਲ ਉਹਦੀ ਉਹ ਮੰਨੀ ਜਾਣੀ ਚਾਹੀਦੀ ਜਿਹੜਾ ਤਰਿਆ ਹੋਵੇ, ਨਿਸ਼ਾਨੀ ਹੋਵੇ ਵੀ ਵਾਕਈ ਤਰਿਆ ਹੋਇਆ। ਗੁਰਬਾਣੀ ਦੇ ਬੋਲਾਂ ਤੋਂ ਪਤਾ ਲੱਗਦਾ, ਉਹਨਾਂ ਪੁਰਖਾਂ ਦੇ ਬੋਲਾਂ ਤੋਂ ਪਤਾ ਲੱਗਦਾ ਕਿ ਉਹ ਵਾਕਈ ਤਰੇ ਹੋਏ ਸੀ। ਅੱਜ ਜਿਹੜੇ ਸੰਸਾਰ ਦੇ ਧਾਰਮਿਕ ਆਗੂ ਉਹਨਾਂ ਦੇ ਬੋਲਾਂ ਤੋਂ ਪਤਾ ਲੱਗਦਾ ਵੀ ਇਹ ਨਹੀਂ ਤਰੇ ਹੋਏ ਸੀ। ਜੇ ਤਰੇ ਹੁੰਦੇ ਤਾਂ ਗੁਰਬਾਣੀ ਅਨੁਸਾਰ ਹੀ ਜੀਵਨ ਹੁੰਦਾ। ਸਾਰਾ ਕੁਝ ਪਾਤਸ਼ਾਹੀਆਂ ਨੇ ਇਸੇ ਕਰਕੇ ਲਿਖਤ ਹੁੰਦੀ ਹੈ ਚੀਜ਼। ਜਿਹੜਾ ਬ੍ਰਹਮ ਦਾ ਗਿਆਨ ਹੁੰਦਾ ਉਹ ਲਿਖਤ ਰੂਪ ਵਿੱਚ ਤਾਂ ਹੀ ਆਉਂਦਾ, ਕਿਉਂਕਿ ਪਹਿਲਾਂ ਵੇਦ ਸੀ, ਹੁਣ ਗੁਰਬਾਣੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀ ਭਾਸ਼ਾ ਪਰਮੇਸ਼ਰ ਨੇ ਚਲਾਉਣੀ ਹੈ, ਉਸ ਭਾਸ਼ਾ 'ਚ ਬ੍ਰਹਮ ਗਿਆਨ ਲਿਖਿਆ ਜਾਊਗਾ। ਇਹ ਕੋਈ ਜ਼ਰੂਰੀ ਨਹੀਂ ਹੈ ਕਿ ਹੋਣੀ ਇਹ ਹੈ, ਅਗਾਂਹ ਵੀ ਹੋ ਸਕਦਾ ਹੈ। ਸੋ ਆਪ ਤਰੈ ਕੁੱਲ ਸਗਲੇ ਤਾਰੇ, ਗੁਰਮੁਖ ਜਨਮ ਸਵਾਰਨੇ। ਕਹਿੰਦੇ ਜਿਹੜਾ ਗੁਰਮੁਖ ਹੈ, ਜਿਹੜੀ ਸੁਰਤ ਸੁਗਿਆਨ ਪ੍ਰਾਪਤ ਕਰਨਾ ਚਾਹੁੰਦੀ ਹੈ, ਜਿਹੜੀ ਤਰਨਾ ਚਾਹੁੰਦੀ ਹੈ, ਉਹ ਆਪਣਾ ਜਨਮ ਨੂੰ ਸਵਾਰ ਲੈਂਦੀ ਹੈ। ਅੰਗ 22 ਉੱਪਰ ਵੀ ਪਾਤਸ਼ਾਹ ਕਹਿੰਦੇ ਜੰਮ ਜੰਧਾਰ ਨਾ ਲੱਗਈ, ਇਉਂ ਭਵਜਲ ਤਰੈ ਤਰਾਸ। ਕਹਿੰਦੇ ਜੰਮ ਜੰਧਾਰ ਨਾ ਲੱਗਈ, ਕਹਿੰਦੇ ਉਹਨੂੰ ਭਰਮ ਦਾ ਜਿੰਦਰਾ ਲੱਗਦਾ ਹੀ ਨਹੀਂ, ਭਰਮ ਦੀ ਮਾਰ ਪੈਂਦੀ ਹੋਈ ਨਹੀਂ, ਅਗਿਆਨਤਾ ਉਹਦੇ ਨੇੜੇ ਆਉਂਦੀ ਨਹੀਂ, ਦੁਵਿਧਾ ਉਹਦੇ ਨੇੜੇ ਆਉਂਦੀ ਨਹੀਂ। ਇਉਂ ਭਵਜਲ ਤਰੈ ਤਰਾਸ, ਕਹਿੰਦੇ ਇਉਂ ਇਸ ਤਰੀਕੇ ਦੇ ਨਾਲ ਭਵਜਲ ਹੈ ਜਿਹੜਾ ਭਵ ਸਾਗਰ ਹੈ, ਅਗਨ ਸਾਗਰ ਹੈ, ਇਹ ਚੁੱਤਰ ਹੈ, ਇਹ ਚੁੱਤਰ ਜਾਂਦਾ ਤਰਾਸ। ਉਸ ਨਾਮ ਰਾਸ਼ੀ ਦੇ ਨਾਲ ਆਪ ਵੀ ਤਰ ਜਾਂਦਾ, ਦੂਸਰਿਆਂ ਨੂੰ ਤਰਨ ਵਾਸਤੇ ਗੁਣ ਵੀ ਦੇ ਜਾਂਦਾ, ਦੂਸਰਿਆਂ ਨੂੰ ਤਰਨ ਵਾਸਤੇ ਸਿੱਖਿਆ ਵੀ ਦੇ ਜਾਂਦਾ ਕਿ ਤੁਸੀਂ ਇਸ ਤਰੀਕੇ ਨਾਲ ਤਰ ਸਕਦੇ ਹੋ, ਤੁਹਾਡੇ ਕੋਲ ਸਮਾਂ ਹੈ। ਮੰਨੈ ਤਰੇ ਤਾਰੈ ਗੁਰਸਿੱਖ। ਹੁਣ ਤਾਰੇ ਸ਼ਬਦ ਬਾਰੇ ਵੀ ਆਪਾਂ ਗੁਰਬਾਣੀ ਤੋਂ ਸੋਝੀ ਪ੍ਰਾਪਤ ਕਰ ਲੈਂਦੇ ਹਾਂ। ਅੰਗ 24 ਉੱਪਰ ਪਾਤਸ਼ਾਹ ਕਹਿੰਦੇ ਤੇਰਾ ਏਕ ਨਾਮ ਤਾਰੇ ਸੰਸਾਰ। ਹੁਣ ਕਹਿੰਦੇ ਵੀ ਸੰਸਾਰ, ਆ ਜਿਹੜਾ ਸਾਰਾ ਸੰਸਾਰ ਜਿਹਨੂੰ ਅਸੀਂ ਸੰਸਾਰ ਮੰਨਦੇ ਹਾਂ, ਫਿਰ ਇਹ ਸੰਸਾਰ ਤਾਂ ਹੁਣ ਤਰਿਆ ਨਹੀਂ ਹੈਗਾ ਨਾਮ ਦੇ ਨਾਲ। ਨਾਮ ਤਾਂ ਸਾਰੇ ਹੀ ਜਪਦੇ, ਹਰ ਕੋਈ ਆਪੋ ਆਪਣੇ ਤਰੀਕੇ ਨਾਲ ਨਾਮ ਜਪਦਾ, ਪਰ ਸੰਸਾਰ ਤਾਂ ਤਰਿਆ ਨਹੀਂ। ਇੱਥੇ ਹੁਣ ਪਾਤਸ਼ਾਹ ਲਿਖਦੇ ਆ ਤੇਰਾ ਏਕ ਨਾਮ ਤਾਰੇ ਸੰਸਾਰ, ਉੱਥੇ ਪਾਤਸ਼ਾਹ ਕਹਿੰਦੇ ਬਿਨ ਨਾਵੈ ਜਗ ਕਮਲਾ ਫਿਰ। ਇੱਕ ਪਾਸੇ ਗੁਰਬਾਣੀ ਕਹਿੰਦੀ ਹੈ ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਫਿਰ ਇਹ ਗੁਰਬਾਣੀ ਦਾ ਆਪਸ ਵਿੱਚ ਕਿਵੇਂ ਮੇਲ ਹੋਵੇਗਾ, ਇਹੀ ਬੁਝਾਰਤ ਬੁੱਝਣੀ। ਇੱਥੇ ਪਾਤਸ਼ਾਹ ਨੇ ਲਿਖਿਆ ਤੇਰਾ ਏਕ ਨਾਮ। ਤੇਰਾ ਇਹ ਸਾਨੂੰ ਆਰਡਰ ਆ ਹੈ, ਜਿਹੜਾ ਸਾਡੇ ਹਿਰਦੇ 'ਚ ਮੂਲ ਹੈ, ਸਾਡੀ ਜਿਹੜੀ ਪ੍ਰਾਤਮਾ ਉਹਨੂੰ ਸੱਚਖੰਡ ਵਾਲੇ ਕਹਿੰਦੇ ਵੀ ਤੇਰਾ ਏਕ ਨਾਮ। ਜੇ ਤੂੰ ਏਕ ਨਾਮ
ਭਾਵ ਕਿ ਇੱਕ ਹੋਣ ਦਾ ਗਿਆਨ ਪ੍ਰਾਪਤ ਕਰ ਲਵੇਂ ਕਿ ਮੈਂ ਇੱਕ ਕਿਵੇਂ ਹੋਣਾ, ਮੈਂ ਦੋ ਰੂਪਾਂ 'ਚ ਕਿਵੇਂ। ਤਾਰੇ, ਫਿਰ ਤੂੰ ਤਾਰੇ, ਸੰਸਾਰ ਸੰਸਾਰ ਹੁੰਦਾ ਤੇਰੀਆਂ ਸੰਸੇ, ਤੇਰੀਆਂ ਇੱਛਾਵਾਂ, ਤੇਰੇ ਆਪਣੇ ਫੁਰਨੇ, ਤੇਰੀ ਆਪਣੀ ਪਕੜ, ਤੇਰੀ ਆਪਣੀ ਦੁਵਿਧਾ, ਇਹ ਸੰਸਾਰ ਹੈ। ਸੰਸਾ ਇਹੋ ਸੰਸਾਰ ਹੈ। ਅਸੀਂ ਸੰਸਾਰ ਮੰਨਦੇ ਹਾਂ ਦੁਨੀਆ ਦੇ ਇਕੱਠ ਨੂੰ, ਸੱਚਖੰਡ ਵਾਲੇ ਮੰਨਦੇ ਆ ਸਾਡੇ ਫੁਰਨਿਆਂ ਦੇ ਇਕੱਠ ਨੂੰ। ਜਿੰਨੇ ਸਾਡੇ ਅੰਦਰ ਮਾਇਆ ਦੇ ਫੁਰਨੇ ਆ, ਮਾਇਆ ਦੀ ਪਕੜ ਆ, ਉੱਡਾ ਹੀ ਸਾਡਾ ਸੰਸਾਰ ਵਿਸ਼ਾਲ ਹੈ। ਜਿੰਨੀ ਸਾਡੇ ਅੰਦਰ ਮਾਇਆ ਘਟਦੀ ਚਲੀ ਜਾਂਦੀ ਹੈ, ਘਟਦੀ ਚਲੀ ਜਾਂਦੀ ਹੈ, ਸੰਸਾਰ ਤੋਂ ਖਹਿੜਾ ਛੁੱਟ ਜਾਂਦਾ, ਇਕੱਲਾ ਹੀ ਨਿਰਾਕਾਰ ਰਹਿ ਜਾਂਦਾ। ਤੇਰਾ ਏਕ ਨਾਮ ਤਾਰੇ ਸੰਸਾਰ, ਤਾਂ ਪਾਤਸ਼ਾਹ ਨੇ ਲਿਖਿਆ ਬਾਲੀ ਰੋਵੈ ਨਾਹੇ ਪਤਾਰ। ਬਾਲੀ ਆ ਆਤਮਾ, ਬੁੱਧੀ, ਇਹ ਰੋਂਦੀ ਆ ਨਾਹੇ ਪਤਾਰ, ਕਿਉਂਕਿ ਇਹਦੇ ਕੋਲ ਹੁਕਮ ਨਹੀਂ ਹੈ। ਪਾਤਸ਼ਾਹ ਕਹਿੰਦੇ ਅਸੀਂ ਦੇਖਿਆ ਨਾਨਕ ਦੁਖੀਆ ਸਭ ਸੰਸਾਰ। ਨਾਨਕ ਜੀ ਕਹਿੰਦੇ ਮੈਂ ਸਾਰਿਆਂ ਦੇ ਅੰਦਰ ਵੇਖ ਲਿਆ ਇਹ ਗੱਲ। ਦੁਖੀ ਆ, ਕਹਿੰਦੇ ਹੁਣ ਵੀ ਇਹਨਾਂ ਦੀ ਆਤਮਾ ਦੁਖੀ ਹੈ। ਸਾਰਾ ਸੰਸਾਰ, ਕਹਿੰਦੇ ਸਾਰਿਆਂ ਦੇ ਅੰਦਰ ਤਾਂ ਮਾਇਆ ਦੀਆਂ ਇੱਛਾਵਾਂ ਨੇ। ਸਾਰੇ ਹੀ ਤਾਂ ਅਗਨ ਸਾਗਰ ਦੇ ਵਿੱਚ ਬੈਠੇ ਆ, ਅਗਨ ਸਾਗਰ ਦੇ ਵਿੱਚ ਤੜਫਦੇ ਵੀ ਨੇ ਤੇ ਇੱਛਾ ਬਰਫ਼ ਦੀ ਕਰਦੇ ਹੀ ਨਹੀਂ, ਬਾਹਰ ਨਿਕਲਣ ਬਾਰੇ ਸੋਚਦੇ ਹੀ ਨਹੀਂ, ਸੜੀ ਵੀ ਜਾਂਦੇ ਆ, ਬਾਹਰ ਵੀ ਨਹੀਂ ਨਿਕਲਣਾ ਚਾਹੁੰਦੇ। ਕੈਸੀ ਅਜੀਬ ਰਚਨਾ, ਕਹਿੰਦੇ ਬਿਨ ਨਾਵੈ ਜਗ ਕਮਲਾ ਫਿਰੇ। ਬਿਨਾਂ ਨਾਮ ਤੋਂ, ਬਿਨਾਂ ਸੱਚ ਦੀ ਸੋਝੀ ਤੋਂ, ਬਿਨਾਂ ਸੱਚ ਦੇ ਗਿਆਨ ਤੋਂ ਸਾਰਾ ਸੰਸਾਰ ਕਮਲਾ ਫਿਰੇ, ਕਲਪਨਾ ਦੀ ਮੈਲ ਨਾਲ ਭਰਿਆ ਫਿਰਦਾ। ਆਪਣੀਆਂ ਹੀ ਇੱਛਾਵਾਂ ਆਪਣੇ ਵੱਲੋਂ ਹੀ ਧਰਮ ਬਣਾ ਕੇ ਲੱਗਿਆ ਹੋਇਆ। ਇਹ ਨਹੀਂ ਦੇਖਦਾ ਕਿ ਜਿਹੜਾ ਧਰਮ ਮੈਂ ਕੁਛ ਕਰਦਾ ਧਰਮ ਬਾਰੇ, ਉਹਦੇ ਵਿੱਚੋਂ ਮੈਨੂੰ ਕੁਛ ਲੱਭ ਵੀ ਰਿਹਾ ਕਿ ਨਹੀਂ ਲੱਭ ਰਿਹਾ। ਹੇ ਮੇਰੇ ਮਨਾ, ਤੇਰੇ ਕੋਲ ਤਾਂ ਗੁਰਬਾਣੀ ਹੈ, ਤੂੰ ਤਾਂ ਗੁਰਬਾਣੀ ਤੋਂ ਸੋਝੀ ਲੈ ਸਕਦਾ ਵੀ ਜਿਹੜੀਆਂ ਗੱਲਾਂ ਗੁਰਬਾਣੀ ਕਹਿੰਦੀ ਨਹੀਂ ਕਰਨੀਆਂ ਤਾਂ ਨਾ ਕਰ ਬਸ। ਹੋਰ ਕੋਈ ਜਪ ਤਪ ਕਰਨ ਦੀ ਲੋੜ ਨਹੀਂ, ਕੋਈ ਭਗਤੀ ਕਰਨ ਦੀ ਲੋੜ ਨਹੀਂ, ਕੋਈ ਮਾਲਾ ਫੇਰਨ ਦੀ ਲੋੜ ਨਹੀਂ, ਕੋਈ ਪਾਠ ਕਰਨ ਦੀ ਲੋੜ ਨਹੀਂ, ਕਿਸੇ ਕੰਮ ਨੇ ਦੀ ਕਰਨ ਦੀ ਲੋੜ ਨਹੀਂ। ਹੇ ਮੇਰੇ ਮਨਾ, ਬਸ ਕੱਲੀ ਗੁਰਬਾਣੀ ਜੋ ਕਹਿ ਰਹੀ ਹੋ ਮੰਨੀ ਚੱਲ। ਗੁਰਬਾਣੀ ਕਹਿੰਦੀ ਮੇਰੀ ਗੱਲ ਮੰਨ ਲੈ, ਤੂੰ ਸਾਰੀ ਮਾਲਾ ਵੀ ਫੇਰਦਾ, ਤੂੰ ਨਾਮ ਵੀ ਜਪਦਾ, ਤੂੰ ਭਗਤੀ ਵੀ ਕਰਦਾ, ਤੂੰ ਪਾਠ ਵੀ ਕਰਦਾ, ਤੇਰੇ ਸਾਰੇ ਪ੍ਰਵਾਨ ਨੇ, ਪਰ ਜੇ ਤੂੰ ਮੇਰੀ ਗੱਲ ਮੰਨੇ, ਪਰ ਜੇ ਤੂੰ ਮੇਰੀ ਗੱਲ ਹੀ ਨਹੀਂ ਮੰਨਦਾ ਤੇ ਫਿਰ ਮਾਲਾ ਫੇਰ ਹੈ ਮੰਗੈ ਵਿਭੂਤ, ਇਹ ਵਿਦ ਕੋਈ ਨਾ ਤਰਿਓ ਮੀਤ। ਕਹਿੰਦੇ ਜੇ ਮਾਲਾ ਵੀ ਫਿਰਦੀ ਹੈ ਤੇ ਇੱਛਾ ਮਾਇਆ ਦੀ ਵੀ ਨਾਲ ਖੜੀ ਹੈ। ਤੇ ਫਿਰ ਐਸ ਵਿਧੀ ਨਾਲ ਪਾਤਸ਼ਾਹ ਪੰਜਵੇਂ ਕਹਿੰਦੇ ਮੈਂ ਤਾਂ ਨਹੀਂ ਕੋਈ ਤਰਦਾ ਦੇਖਿਆ। ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਬਲ ਭਿਅੰਗਮ ਸਾਧੇ, ਕਹਿੰਦੇ ਮੈਂ ਇਹ ਵੀ ਦੇਖੇ ਨਹੀਂ ਕਰਦੇ, ਬੜਾ ਪਾਠ ਕਰਦੇ। ਫਿਰ ਨਵਲ ਭਿਅੰਗਮ ਵੀ ਕਰਦੇ ਆ, ਆਪੋ ਆਪਣੀ ਮਰਜ਼ਾਦਾ ਬਣਾ ਕੇ ਕਰਦੇ ਆ। ਕੋਈ ਕੁਛ ਬਣਾ ਕੇ ਕਰਦਾ, ਕੋਈ ਕਹਿੰਦਾ ਇੱਧਰ ਨੂੰ ਮੂੰਹ ਕਰਕੇ ਕਰੋ, ਕੋਈ ਕਹਿੰਦਾ ਇੱਧਰ ਨੂੰ ਮੂੰਹ ਕਰਕੇ ਕਰੋ, ਕੋਈ ਕਹਿੰਦਾ ਪਾਣੀ 'ਚ ਖੜੋ, ਕੋਈ ਕਹਿੰਦਾ ਧੁੱਪ 'ਚ ਬੈਠੋ, ਕੋਈ ਕਹਿੰਦਾ ਸੂਰਜ ਚੜ੍ਹੇ ਤੇ ਕਰੋ, ਕੋਈ ਕਹਿੰਦਾ ਤਾਰਿਆਂ ਦੀ ਛਾਂ ਹੇਠ ਕਰੋ। ਪਤਾ ਨਹੀਂ ਕੀ ਕੁਛ ਬਣਾਇਆ ਹੋਇਆ। ਪਾਤਸ਼ਾਹ ਕਹਿੰਦੇ ਨਿਵਲ ਭਿਅੰਗਮ ਸਾਧੇ, ਬੜਾ ਜ਼ੋਰ ਲਾਉਂਦੇ ਆ, ਕਹਿੰਦੇ ਪਰ ਪੰਜ ਜਨਾਂ ਸਿਉ ਸੰਗ ਨਾ ਛੁਟਕਿਓ। ਕਹਿੰਦੇ ਜਿਹੜੇ ਪੰਜ ਭਰਮ ਸੀ, ਕਹਿੰਦੇ ਉਹਦਾ ਤਾਂ ਖੜਾ ਛੁੱਟਿਆ ਨਹੀਂ ਹੈਗਾ। ਸੰਗ ਨਾ ਛੁਟਕਿਓ ਅਦਕ ਅਹੰਗ ਬੁੱਧ ਬਾਦੇ, ਕਹਿੰਦੇ ਆਹ ਤਾਂ ਮੈਂ ਦੇਖਿਆ ਵੀ ਹੰਕਾਰ ਤਾਂ ਬਹੁਤ ਇਹਨਾਂ 'ਚ। ਪਿਆਰੇ ਦੇਖੋ, ਫਿਰ ਵੀ ਉਹ ਆਪਣਾ ਸਮਝਦੇ ਆ। ਇੰਨਾ ਕੁਛ ਕਰਨ ਵਾਲੇ ਨੂੰ ਵੀ ਕਹਿੰਦੇ ਪਿਆਰੇ ਇਨ ਵਿਦ ਮਿਲਣ ਨਾ ਜਾਈ, ਤੂੰ ਨਾ ਇਹ ਕੁਛ ਕਰ, ਇਸ ਤਰੀਕੇ ਨਾਲ ਨਹੀਂ ਤੂੰ ਆਪਣੇ ਆਪ ਨੂੰ ਮਿਲ ਸਕਦਾ। ਮੈਂ ਕੀਏ ਕਰਮ ਅਨੇਕਾਂ, ਮੈਂ ਦੇਖਿਆ ਇਹ ਸਾਰਾ ਕੁਛ ਕਰਕੇ। ਆ ਜਿਹੜਾ ਕੁਛ ਤੁਸੀਂ ਕਰਦੇ ਹੋ ਅਸੀਂ ਵੀ ਕੀਤਾ, ਪਰ ਸਾਨੂੰ ਇੰਨਾ ਪਤਾ ਲੱਗ ਗਿਆ ਵੀ ਇਹ ਚੋਂ ਮਿਲਿਆ ਕੁਛ ਨਹੀਂ, ਅਸੀਂ ਛੱਡਤਾ, ਤੁਸੀਂ ਛੱਡਦੇ ਨਹੀਂ। ਫਿਰ ਮਿਲਦਾ ਕਿਵੇਂ ਆ? ਕਹਿੰਦੇ ਹਾਰ ਪਰਿਓ ਸੁਆਮੀ ਕੈ ਦੁਆਰ ਹੈ। ਹਾਰ ਨਾ ਸਿੱਖੋ, ਆਪਣੇ ਮੂਲ ਦੇ ਅੱਗੇ ਹਾਰ ਜਾਓ, ਆਪਣੇ ਸੁਆਮੀ ਦੀ ਗੱਲ ਮੰਨੋ।
ਦੀਜੈ ਬੁੱਧ ਵਿਵੇਕਾ ਕਿ ਹੇ ਸੁਆਮੀ ਹੇ ਸਤਿਗੁਰ ਆਪਣੇ ਵਾਲੀ ਸੋਝੀ ਦੇ, ਤੂੰ ਦੱਸ ਕੀ ਚਾਹੁੰਦਾ। ਤੇ ਸਾਡਾ ਸੁਆਮੀ ਹੈ ਗੁਰਬਾਣੀ, ਤੇ ਸਾਨੂੰ ਗੁਰਬਾਣੀ ਕਹਿੰਦੀ ਹੈ ਵੀ ਪਰਕਾ ਬੁਰਾ ਨਾ ਰੱਖੋ ਚੀਤ, ਸਾਨੂੰ ਗੁਰਬਾਣੀ ਕਹਿੰਦੀ ਹੈ ਝੂਠ ਨਾ ਬੋਲੋ, ਸਾਨੂੰ ਗੁਰਬਾਣੀ ਕਹਿੰਦੀ ਆ ਅੰਦਰ ਦੁਵਿਧਾ ਨਾ ਰੱਖੋ, ਸਾਨੂੰ ਗੁਰਬਾਣੀ ਕਹਿੰਦੀ ਆ ਮੈਲ ਨਾ ਰੱਖੋ। ਇਹ ਚੀਜ਼ਾਂ ਛੱਡ ਦਈਏ ਤਾਂ ਬਸ ਜੀਵਨ ਸਫਲ ਹੈ। ਅੰਗ 117 ਉੱਪਰ ਵੀ ਪਾਤਸ਼ਾਹ ਕਹਿੰਦੇ ਆਪੀ ਤਰੈ ਸਗਲੇ ਕੁਲ ਤਾਰੇ। ਪਹਿਲਾਂ ਇਹ ਵਿਚਾਰ ਹੋ ਚੁੱਕੀ ਹੈ ਕਿ ਆਪੀ ਤਰੈ, ਆਪਣੇ ਆਪ ਹੀ ਤਰਨਾ ਹੈ ਅਸੀਂ, ਸਾਨੂੰ ਕੋਈ ਤਾਰ ਨਹੀਂ ਸਕਦਾ। ਹਾਂ, ਸਾਨੂੰ ਕੋਈ ਤਰਨ ਵਾਸਤੇ ਗਿਆਨ ਦੇ ਸਕਦਾ, ਸਿੱਖਿਆ ਦੇ ਸਕਦਾ, ਤਰਨਾ ਅਸੀਂ ਆਪ ਹੀ ਹੈ। ਜਦੋਂ ਅਸੀਂ ਆਪ ਤਰਾਂਗੇ, ਆਪ ਹੀ ਸਿੱਖਾਂਗੇ। ਸਗਲੇ ਕੁਲ ਤਾਰਾ ਕਹਿੰਦੇ ਜੇ ਉਹੋ ਜਿਹਾ ਗਿਆਨ ਕੋਈ ਵੀ ਲੈ ਸਕਦਾ, ਜਿਹੜਾ ਵੀ ਗਿਆਨ ਲਈ ਚੱਲੂਗਾ ਉਹ ਤਰੀ ਚੱਲੂਗਾ, ਉਹ ਉਹਨਾਂ ਵਰਗਾ ਹੀ ਹੋਊਗਾ। ਜਦੋਂ ਕੋਈ ਬੰਦਾ ਕਿਸੇ ਟੀਮ 'ਚ ਜਿੱਤ ਜਾਂਦਾ, ਉਹ ਫਿਰ ਜਿੱਤਿਆ ਹੋਇਆ 'ਚ ਬੈਠੂਗਾ ਨਾ। ਜਦੋਂ ਬੱਚਾ ਕਲਾਸ 'ਚ ਪੜ੍ਹਦਾ ਪਾਸ ਹੋ ਜਾਂਦਾ, ਪਾਸ ਵਿਦਿਆਰਥੀਆਂ 'ਚ ਬੈਠਦਾ ਨਾ। ਅੰਗ 130 ਦੇ ਉੱਪਰ ਵੀ ਪਾਤਸ਼ਾਹ ਕਹਿੰਦੇ ਆਪੀ ਤਰੈ ਸਗਲੇ ਕੁਲ ਤਾਰੇ, ਤਿਸ ਦਰਗਹਿ ਠਾਕ ਨਾ ਪਾਵਣੇ। ਕਹਿੰਦੇ ਆਪੀ ਤਰੈ ਸਗਲੇ ਕੁਲ ਤਾਰੇ, ਤਿਸ ਦਰਗਹਿ ਠਾਕ ਨਾ ਪਾਵੇ। ਕਹਿੰਦੇ ਉਹਨੂੰ ਕੋਈ ਸੱਚਖੰਡ 'ਚ ਜਾਣ ਤੋਂ ਨਹੀਂ ਫਿਰ ਰੋਕ ਸਕਦਾ ਹੈ। ਫਿਰ ਉਹਦੇ ਅੱਗੇ ਮਾਇਆ ਦਾ ਅੜਿੱਕਾ ਨਹੀਂ ਕੋਈ ਹੈ। ਜਿਹੜਾ ਤਰਿਆ ਹੋਇਆ, ਭਾਵੇਂ ਜਿੱਡਾ ਮਰਜ਼ੀ ਸਮੁੰਦਰ ਵੀ ਹੋਵੇ, ਜਿਹੜਾ ਬੰਦਾ ਤਰਨ ਜਾਣਦਾ ਉਹ ਡੁੱਬਦਾ ਨਹੀਂ। ਉਹਨੂੰ ਤਰਨ ਦੇ ਹਰੇਕ ਤਰੀਕੇ ਆਉਂਦੇ, ਉਹ ਹਰ ਇੱਕ ਤਰੀਕੇ ਨੂੰ ਅਪਣਾ ਲੈਂਦਾ ਤੇ ਤਰ ਜਾਂਦਾ। ਸੋ ਅੰਗ 63 ਉੱਪਰ ਪਾਤਸ਼ਾਹ ਕਹਿੰਦੇ ਪੂਰਾ ਸਤਿਗੁਰ ਰਾਸ ਮਿਲੈ ਗੁਰ ਤਾਰੇ ਹਰ ਨਾਉ। ਪੂਰਾ ਸਤਿਗੁਰ ਰਾਸ ਮਿਲੈ, ਕਹਿੰਦੇ ਪੂਰੀ ਸੋਝੀ ਆ ਜਾਵੇ, ਪੂਰਾ ਸੁਗਿਆਨ ਪਹਿਲਾਂ ਲਿਆ ਜਾਵੇ, ਪੂਰੀ ਚੰਗੀ ਤਰ੍ਹਾਂ ਸਮਝਿਆ ਜਾਵੇ ਕਿ ਕਿਵੇਂ ਤਰਨਾ ਹੈ। ਕੋਚ ਤੋਂ, ਟੀਚਰ ਤੋਂ ਪੂਰੀ ਸੋਝੀ ਲੈਤੀ ਜਾਵੇ ਕਿ ਭਵ ਸਾਗਰ ਚੋਂ ਕਿਵੇਂ ਬਾਹਰ ਨਿਕਲਣਾ, ਮਾਇਆ 'ਚ ਕਿਵੇਂ ਰਹਿਣਾ, ਮਾਇਆ ਚੋਂ ਬਾਹਰ ਕਿਵੇਂ ਨਿਕਲਣਾ। ਹਰ ਇੱਕ ਗੱਲ ਦੀ ਪੂਰੀ ਸੋਝੀ ਲੈ ਲਵੇ। ਰਾਸ ਮਿਲੈ, ਉਹ ਗਿਆਨ ਪੂਰਾ ਮਿਲ ਜਾਵੇ। ਗੁਰ ਤਾਰੇ, ਫਿਰ ਉਹ ਕਹਿੰਦੇ ਦੂਸਰਿਆਂ ਨੂੰ ਵੀ ਤਾਰ ਸਕਦਾ, ਫਿਰ ਉਹ ਦੂਜਿਆਂ ਨੂੰ ਵੀ ਸੋਝੀ ਕਰਾ ਸਕਦਾ। ਹਰ ਨਾਉ, ਕਹਿੰਦੇ ਸਮਝ ਲਓ ਇਹੀ ਨਾਮ ਹੈ, ਇਹੀ ਪ੍ਰਾਪਤੀ ਹੈ, ਇਹੀ ਪ੍ਰਸੰਨਤਾ ਹੈ। ਸੋ ਉਸ ਤੋਂ ਅਗਲਾ ਜਿਹੜਾ ਬਚਨ ਹੈ, ਨਾਨਕ ਮੰਨੈ ਨਾਨਕ ਭਵੇ ਨਾ ਭਿਖ। ਸੋ ਗੁਰੂ ਨਾਨਕ ਸਾਹਿਬ ਆਖਦੇ ਹਨ ਕਿ ਉਪਦੇਸ਼ ਮੰਨਣ ਨਾਲ ਹੀ ਜੋ ਮਾਇਆ ਵਾਲਾ ਭਿਖ ਹੈ, ਆ ਜਿਹੜਾ ਮਾਇਆ ਦਾ ਭੇਖ ਹੈ, ਸਰੀਰ ਹੈ, ਕੱਪੜਾ, ਇਹ ਤੋਂ ਛੁਟਕਾਰਾ ਹੋ ਜਾਂਦਾ ਹੈ। ਮੰਨੈ ਨਾਨਕ ਭਵੈ ਨਾ ਭਿਖ। ਨਾਨਕ ਜੀ ਕਹਿੰਦੇ ਵੀ ਜਿਨ੍ਹਾਂ ਨੇ ਵੀ ਹੁਕਮ ਮੰਨਿਆ ਵਿੱਚ ਅਸੀਂ ਆ, ਭਵੈ ਨਾ ਭਿਖ। ਫਿਰ ਅਸੀਂ ਇਸ ਭਵ ਸਾਗਰ ਦੇ ਅੰਦਰ ਆ ਸਰੀਰ ਧਾਰ ਕੇ ਨਹੀਂ ਆਵਾਂਗੇ, ਫਿਰ ਸਾਨੂੰ ਦੁਬਾਰਾ ਸਰੀਰ ਨਹੀਂ ਮਿਲੂਗਾ, ਫਿਰ ਅਸੀਂ ਇਸ ਸੰਸਾਰ ਤੋਂ ਪਰੇ ਹਾਂ। ਫਿਰ ਨਾਨਕ ਬੱਧਾ ਘਰ ਥਾਂ, ਵੇ ਸਾਡਾ ਘਰ ਉੱਥੇ ਹੈ ਜਿੱਥੇ ਮਿਰਤ ਨਾ ਜਨਮ ਜਰਾ। ਇਹ ਜਗਤ ਭਵ ਸਾਗਰ ਹੈ, ਇੱਥੇ ਹਰ ਕੋਈ ਮੰਗਤ ਹੈ, ਭਿਖਾਰੀ ਹੈ, ਕਿਉਂਕਿ ਆ ਬਾਹਰਲਾ ਸਰੀਰ ਹੈ, ਇਹਦੇ ਕਰਕੇ ਮੰਗੀ ਜਾਂਦਾ। ਦਾਤਾ ਇੱਕੋ ਹੀ ਹੈ, ਉਹ ਨਾਮ ਦਾ ਦਾਤਾ ਹੈ। ਬਾਕੀ ਬਨਸਪਤੀ ਉਹਨੇ ਸਾਡੇ ਸਰੀਰ ਵਾਸਤੇ ਦੇਣੀ, ਉਹਦਾ ਫਰਜ਼ ਸੀ, ਉਹਨੇ ਦਿੱਤੀ ਹੈ। ਉਹਦੇ 'ਚੋਂ ਅਸੀਂ ਜਿੰਨੀ ਕੁ ਸਾਨੂੰ ਬਾਹਰਲੇ ਸਰੀਰ ਦੀ ਲੋੜ ਹੈ ਸਾਨੂੰ ਪ੍ਰਾਪਤ ਕਰ ਲੈਣੀ ਚਾਹੀਦੀ ਹੈ। ਬਾਕੀ ਸਾਰਾ ਜ਼ੋਰ ਸਾਨੂੰ ਆਤਮਿਕ ਤੌਰ ਤੇ ਲਾਉਣਾ ਚਾਹੀਦਾ। ਜਦੋਂ ਗੁਰਮੁਖ ਹੁਕਮ ਨੂੰ ਮੰਨਦਾ ਰਹਿੰਦਾ, ਮੰਨਣ ਵਾਲਾ ਫਿਰ ਭਵ ਸਾਗਰ ਵਿੱਚ ਭਿਖਾਰੀ ਨਹੀਂ ਬਣਦਾ, ਭਾਵ ਕਿ ਉਹ ਦੇ ਨਹੀਂ ਫਿਰ ਧਾਰਦਾ, ਜਨਮ ਨਹੀਂ ਲੈਂਦਾ। ਮੋਖ ਦੁਆਰੇ ਜਾਣ ਵਾਲਾ, ਹੁਕਮ ਨੂੰ ਮੰਨਣ ਵਾਲਾ ਸਿੱਧਾ ਹੀ ਸੱਚਖੰਡ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਸੋ ਅੰਗ 1235 ਉੱਪਰ ਵੀ ਪਾਤਸ਼ਾਹ ਕਹਿੰਦੇ ਆ ਜੋ ਜੋ ਸਾਰਨ ਪਰਿਓ ਕਰਨਾ ਨਿਧ ਤੇ ਭਵੈ ਤਰਾਏ। ਕਹਿੰਦੇ ਜੋ ਵੀ ਉਹਦੀ ਸਰਨ ਵਿੱਚ ਗਿਆ, ਜਿਹੜੀ ਵੀ ਆਤਮਾ ਆਪਣੇ ਮੂਲ ਦੀ ਸਰਨ ਵਿੱਚ ਚਲੇਗੀ, ਉਹ ਕਰੁਣਾ ਨਿਧੀ ਹੈ,
ਉਹ ਬੜਾ ਦਿਆਲੂ ਹੈ, ਉਹਦੇ ਕੋਲ ਹੀ ਨਿਧੀ ਪਈ ਹੈ, ਖਜ਼ਾਨਾ ਉਹਦੇ ਕੋਲ ਹੀ ਪਿਆ। ਤੇ ਭਵੈ ਤਰਾਏ, ਕਹਿੰਦੇ ਉਹੀ ਉਹ ਜਿਨ੍ਹਾਂ ਨੂੰ ਉਹ ਖਜ਼ਾਨਾ ਮਿਲ ਜਾਂਦਾ, ਨਾਮ ਮਿਲ ਜਾਂਦਾ, ਉਹ ਆ ਜਿਹੜਾ ਭੇਖ ਹੈ ਇਹ ਤੋਂ ਤਰ ਜਾਂਦੇ ਆ, ਭੇਖ ਦਾ ਖਹਿੜਾ ਛੱਡ ਜਾਂਦੇ ਆ। ਅੰਗ 1103 ਉੱਪਰ ਵੀ ਪਾਤਸ਼ਾਹ ਕਹਿੰਦੇ RAM ਜਿਹ ਪਾਇਆ RAM ਤੇ ਭਵੈ ਨਾ ਬਾਰੈ ਬਾਰ। ਹੁਣ ਦੇਖੋ ਇੱਥੇ ਸ਼ਬਦ ਕੀ ਲਿਖਿਆ, RAM ਜਿਹੜਾ ਪਹਿਲਾ ਸ਼ਬਦ ਲਿਖਿਆ ਰਾਰੇ ਨੂੰ ਕੰਨਾ ਮੰਮੇ ਨੂੰ ਔਂਕੜ ਹੈ, ਦੂਜਾ RAM ਰਾਰੇ ਨੂੰ ਕੰਨਾ ਮੰਮਾ ਹੈ। RAM ਜਿਹ ਪਾਇਆ RAM, ਜਿਹੜਾ RAM ਔਂਕੜ ਵਾਲਾ ਇਹ ਪੂਰਨ ਜੋਤ ਹੈ ਜਿਹੜੀ ਸੱਚਖੰਡ ਦੇ ਅੰਦਰ ਹੈ। ਜਿਹ ਪਾਇਆ RAM, ਸਾਡਾ ਜਿਹੜਾ ਮੂਲ ਹੈ ਉਹ ਅਧੂਰਾ ਹੈ, ਅਸੀਂ ਉਸ RAM ਨੂੰ ਪਾਉਣਾ ਹੈ, ਅਸੀਂ ਉਹਨਾਂ ਸੱਚਖੰਡ ਵਾਲਿਆਂ ਵਰਗੇ ਬਣਨਾ ਹੈ, ਅਸੀਂ ਉਹ ਗੁਣ ਧਾਰਨ ਕਰਨੇ ਆ ਤਾਂ ਕਿ ਅਸੀਂ ਵੀ ਉਹੀ RAM ਬਣ ਸਕੀਏ, ਉਹਨਾਂ ਵਰਗੀ ਬਣ ਸਕੀਏ, ਤਾਂ ਹੀ ਅਸੀਂ ਸੱਚਖੰਡ ਵਿੱਚ ਜਾਵਾਂਗੇ। ਤੇ ਭਵੈ ਨਾ ਬਾਰੈ ਬਾਰ, ਕਹਿੰਦੇ ਜਦੋਂ ਅਸੀਂ ਉਹਨਾਂ ਵਰਗੇ ਬਣ ਗਏ ਤੇ ਭਵੈ, ਕਹਿੰਦੇ ਫੇਰ ਨਹੀਂ ਅਸੀਂ ਭਵ ਸਾਗਰ 'ਚ ਦੁਬਾਰਾ ਆਉਂਦੇ, ਬਾਰ-ਬਾਰ ਫੇਰ ਨਹੀਂ ਸਾਨੂੰ ਜਨਮ ਲੈਣਾ ਪੈਂਦਾ, ਫਿਰ ਸਾਡਾ ਖਹਿੜਾ ਜਨਮ ਤੋਂ ਛੁੱਟ ਜਾਂਦਾ। ਸੋ ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਸੋ ਐਸਾ ਨਾਮ ਹੁਕਮ ਹੈ, ਅੰਜਨ ਮਾਹੇ, ਜਿਵੇਂ ਪਾਤਸ਼ਾਹ ਕਹਿੰਦੇ ਅੰਜਨ 112 ਅੰਗ ਦੇ ਉੱਪਰ ਅੰਜਨ ਮਾਹੇ ਨਿਰੰਜਨ ਪਾਇਆ, ਜੋਤੀ ਜੋਤ ਮਿਲਾਵਣਿਆ। ਸੋ ਐਸਾ ਨਾਮ ਹੁਕਮ ਹੈ, ਅੰਜਨ ਮਾਹੇ, ਜੋ ਆਤਮਾ ਮਾਇਆ ਵਿੱਚ ਉਹ ਗੁਰ ਉਪਦੇਸ਼ ਨਾਲ ਮਾਇਆ ਵਿੱਚੋਂ ਤਾਂ ਬਾਹਰ ਨਿਕਲੀ ਜਾਂਦੀ ਹੈ, ਪਰ ਅਜੇ ਸਰੀਰ ਮਾਇਆ ਦਾ ਕੋਲ ਹੀ ਹੈ। ਜਦੋਂ ਨਾਮ ਨਿਰੰਜਨ ਦੀ ਪ੍ਰਾਪਤੀ ਹੋ ਜਾਂਦੀ ਹੈ ਤਾਂ ਜੋਤੀ ਭਾਵ ਸਾਰਾ ਸੱਚਖੰਡ, ਜੋਤ ਇੱਕ ਹੋਈ ਹੋਈ ਜੀਵਾਤਮਾ ਉਹਨਾਂ ਵਿੱਚ ਮਿਲ ਜਾਂਦੀ ਹੈ। ਫਿਰ ਕੋਈ ਭੈ ਨਹੀਂ ਰਹਿ ਜਾਂਦਾ, ਭਾਵੇਂ ਮਾਇਆ ਵਾਲਾ ਸਰੀਰ ਵੀ ਕੋਲ ਹੀ ਹੋਵੇ, ਫਿਰ ਉਹ ਪਰਮ ਆਨੰਦ ਹੀ ਆਨੰਦ ਹੁੰਦਾ ਹੈ। ਭਾਵੇਂ ਉਹ ਤੱਤੀ ਤਵੀ ਤੇ ਬੈਠਾ ਹੋਵੇ, ਭਾਵੇਂ ਸੋਹਣੇ ਵਿਛਾਉਣਿਆਂ ਤੇ ਬੈਠਾ ਹੋਵੇ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਬੈਠਣ ਵਾਲਾ ਸਰੀਰ ਵੀ ਮਾਇਆ ਤੇ ਜਿਹੜੀ ਚੀਜ਼ ਤੇ ਬੈਠਾ ਹੈ ਉਹ ਵੀ ਮਾਇਆ। ਇਸੇ ਕਰਕੇ ਪਾਤਸ਼ਾਹ ਨੇ ਲਿਖਿਆ ਸੀ, ਮਾਟੀ ਮਾਟੀ ਹੋਈ ਏਕ ਰੋਵਣ ਹਾਰੀ ਕੀ ਕਵਣ ਟੇਕ। ਸੋ ਐਸਾ ਨਾਮ ਨਿਰੰਜਨ ਹੋਏ। ਪਾਤਸ਼ਾਹ ਨੇ ਇੱਥੇ ਦੱਸਿਆ ਕਿ ਸੰਸਾਰੀ ਲੋਕ ਵੀ ਕਹਿੰਦੇ ਸੀ ਵੀ ਸਾਡੇ ਕੋਲ ਵੀ ਨਾਮ ਹੈ, ਕਹਿੰਦੇ ਜਿਹੜਾ ਸਾਡੇ ਕੋਲ ਨਾਮ ਹੈ ਦਰਗਾਹ ਤੋਂ ਪ੍ਰਵਾਨਿਤ, ਉਹ ਨਾਮ ਭਾਈ ਨਿਰੰਜਨ ਹੈ, ਉਹ ਤਾਂ ਮਾਇਆ ਤੋਂ ਰਹਿਤ ਨਾਮ ਹੈ, ਤੇ ਉਹ ਸਾਨੂੰ ਵੀ ਮਾਇਆ ਤੋਂ ਰਹਿਤ ਕਰ ਦਿੰਦਾ ਹੈ। ਜੈਸਾ ਸੇਵੇ ਤੈਸਾ ਹੋਏ। ਤੁਹਾਡੇ ਵਾਲਾ ਨਾਮ ਸੰਸਾਰੀ ਹੈ, ਤੁਸੀਂ ਸੰਸਾਰ ਵਿੱਚ ਰਹਿੰਦੇ ਹੋ, ਸਾਡੇ ਕੋਲ ਨਾਮ ਨਿਰਾਕਾਰੀ ਆ, ਅਸੀਂ ਨਿਰੰਕਾਰ ਬਣ ਜਾਂਦੇ ਆ। ਜੇ ਕੋ ਮਨਿ ਜਾਣੈ, ਜੇ ਕੋਈ ਉਸ ਨਾਮ ਬਾਰੇ ਆਪਣੇ ਮਨ ਦੇ ਵਿੱਚ ਇਹ ਭੁੱਖ ਪੈਦਾ ਕਰ ਲਵੇ ਕਿ ਮੈਂ ਉਸ ਨਾਮ ਨੂੰ ਜਾਣਨਾ, ਤੇ ਉਹ ਜਾਣ ਵੀ ਲੈਂਦਾ। ਮਨ ਕੋਏ, ਮਨ ਦੇ ਅੰਦਰ ਭੁੱਖ ਹੋਣੀ ਚਾਹੀਦੀ ਹੈ, ਪਰ ਉਹ ਹੁੰਦਾ ਕੋਈ ਹੋਈ ਹੈ। ਹੈਨ ਬਿਰਲੇ ਨਹੀਂ ਕਨੇ ਫੈਲ ਫਕੜ ਸੰਸਾਰ। ਇੱਥੋਂ ਤੱਕ ਇਹਨਾਂ ਬਚਨਾਂ ਦੀ ਵਿਚਾਰ ਜੋ ਗੁਰ ਕਿਰਪਾ ਦੁਆਰਾ ਕੀਤੀ ਗਈ ਹੈ। ਬਾਕੀ ਦੇ ਸ਼ਬਦ ਦੀ ਵਿਚਾਰ ਜੇ ਗੁਰ ਨੇ ਕਿਰਪਾ ਕੀਤੀ ਤਾਂ ਕੀਤੀ ਜਾਵੇਗੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।